ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਆਨਲਾਈਨ ਸਟੱਡੀ ਤੇ YouTube ਚੈਨਲ ਤੇ। ਅੱਜ ਅਸੀਂ ਆਪਣੀ 8ਵੀਂ ਸ਼੍ਰੇਣੀ ਦੀ ਪਾਠ ਪੁਸਤਕ ਪਹਿਲੀ ਭਾਸ਼ਾ ਵਿੱਚੋਂ ਪਾਠ ਨੰਬਰ 10 ਹਰਿਆਵਲ ਦੇ ਬੀਜ ਪਾਠ ਪੜ੍ਹਨ ਜਾ ਰਹੇ ਹਾਂ, ਜੋ ਕਿ ਕਰਨਲ ਜਸਬੀਰ ਭੁੱਲਰ ਜੀ ਦਾ ਲਿਖਿਆ ਹੋਇਆ ਹੈ। ਅੱਜ ਅਸੀਂ ਇਸ ਪਾਠ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਪੜ੍ਹਾਂਗੇ ਕਿ ਰੁੱਖ ਸਾਡੀ ਜ਼ਿੰਦਗੀ ਵਿੱਚ ਕੀ ਰੋਲ ਅਦਾ ਕਰਦੇ ਹਨ। ਆਓ ਫਿਰ ਪਾਠ ਸ਼ੁਰੂ ਕਰਦੇ ਹਾਂ। ਹਰਿਆਵਲ ਦੇ ਬੀਜ। ਦੂਰ ਤੱਕ ਤਪਦਾ ਹੋਇਆ ਮਾਰੂਥਲ ਸੀ। ਮਾਰੂਥਲ ਰੇਤਲਾ ਇਲਾਕਾ, ਰੇਗਿਸਤਾਨ। ਉਹ ਤਿੱਖੀਆਂ ਤੁਰਸ਼ ਹਵਾਵਾਂ ਵਗ ਰਹੀਆਂ ਸਨ। ਚੁਫੇਰੇ ਉੱਡਦੀ ਹੋਈ ਰੇਤ ਸੀ। ਬਹੁਤ ਪਹਿਲਾਂ ਉੱਥੇ ਹਰਾ ਭਰਾ ਜੰਗਲ ਹੁੰਦਾ ਸੀ। ਇੱਕ ਫਕੀਰ ਉਸ ਪਾਸਿਓਂ ਦੀ ਲੰਘਿਆ। ਉਹਨੇ ਵੇਖਿਆ ਲੋਕ ਪਾਗਲਾਂ ਵਾਂਗ ਰੁੱਖ ਵੱਢ ਰਹੇ ਹਨ। ਫਕੀਰ ਨੇ ਲੋਕਾਂ ਨੂੰ ਆਖਿਆ, ਇਸ ਤਰ੍ਹਾਂ ਤਾਂ ਤੁਸੀਂ ਉੱਜੜ ਜਾਣਾ ਏ। ਉਹ ਲੋਕ ਕਈ ਸਾਲਾਂ ਤੋਂ ਜੰਗਲ ਕੱਟ ਰਹੇ ਸਨ। ਉਹ ਲੋਕ ਲੱਕੜਾਂ ਵੇਚ ਕੇ ਅਮੀਰ ਹੋਏ ਸਨ। ਉਹਨਾਂ ਨੂੰ ਫਕੀਰ ਦੀ ਗੱਲ ਮੂਰਖਤਾ ਭਰੀ ਲੱਗੀ। ਪਿਆਰੇ ਵਿਦਿਆਰਥੀਓ, ਕਿ ਕਿਸ ਤਰ੍ਹਾਂ ਜਦ ਇੱਕ ਫਕੀਰ ਨੇ ਲੋਕਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਲਗਾਤਾਰ ਦਰਖਤ ਕੱਟਦਿਆਂ ਦੇਖਿਆ ਤਾਂ ਕਿਹਾ, ਇਸ ਤਰ੍ਹਾਂ ਤਾਂ ਤੁਸੀਂ ਬਰਬਾਦ ਹੋ ਜਾਓਗੇ, ਕਿਉਂਕਿ ਉਹ ਦਿਨ ਬਾ ਦਿਨ ਲਗਾਤਾਰ ਦਰਖਤ ਨੂੰ ਕੱਟ ਕੇ ਲੱਕੜੀ ਵੇਚ ਕੇ ਅਮੀਰ ਹੋਈ ਜਾ ਰਹੇ ਸਨ। ਪਰ ਇਹ ਨਹੀਂ ਸੋਚ ਰਹੇ ਸਨ ਕਿ ਆਉਣ ਵਾਲਾ ਭਵਿੱਖ ਕਿਵੇਂ ਭਿਆਨਕ ਸਾਬਤ ਹੋਏਗਾ ਇਸ ਤਰ੍ਹਾਂ ਕਰਨ ਨਾਲ। ਆਓ ਪਾਠ ਅੱਗੇ ਸ਼ੁਰੂ ਕਰਦੇ ਹਾਂ। ਉਹ ਹੱਸੇ ਤੇ ਪਹਿਲਾਂ ਵਾਂਗੂ ਹੀ ਰੁੱਖ ਵੱਢਦੇ ਰਹੇ। ਹੌਲੀ ਹੌਲੀ ਜੰਗਲ ਮੁੱਕ ਗਏ। ਫਿਰ ਹੜ੍ਹ ਵੀ ਆਏ। ਹੜ੍ਹਾਂ ਦਾ ਪਾਣੀ ਸੁੱਕਣ ਲਈ ਉੱਥੇ ਰੁੱਖ ਹੀ ਨਹੀਂ ਸਨ। ਹੜ੍ਹਾਂ ਨੇ ਤਬਾਹੀ ਵੀ ਕੀਤੀ ਤੇ ਪਾਣੀ ਜਰਖੇਜ਼ ਮਿੱਟੀ ਨੂੰ ਵੀ ਰੋੜ ਕੇ ਲੈ ਗਿਆ। ਜਰਖੇਜ਼ ਉਪਜਾਊ ਮਿੱਟੀ ਨੂੰ। ਲੋਕ ਨੰਗ ਮੁਨੰਗੀ ਧਰਤੀ ਉੱਤੇ ਬੈਠੇ ਰਹਿ ਗਏ। ਹਰਿਆ ਭਰਿਆ ਦੇਸ਼ ਮਾਰੂਥਲ ਹੋ ਗਿਆ। ਤੇਜ਼ ਹਵਾਵਾਂ ਨਿੱਤ ਦਿਨ ਵਗਦੀਆਂ ਉਸ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ। ਪਿਆਰੇ ਵਿਦਿਆਰਥੀਓ, ਕਿ ਕਿਸ ਤਰ੍ਹਾਂ ਫਕੀਰ ਦੀ ਕਹੀ ਗੱਲ ਸੱਚ ਹੋਈ ਤੇ ਲੋਕਾਂ ਦੀ ਆਪਣੀ ਗਲਤੀ ਨਾਲ ਹੀ ਉਹਨਾਂ ਨੂੰ ਕਿੰਨਾ ਨੁਕਸਾਨ ਭੁਗਤਣਾ ਪਿਆ ਤੇ ਕਿਵੇਂ ਹੌਲੀ ਹੌਲੀ ਹੀ ਜੰਗਲ ਉੱਥੋਂ ਮੁੱਕ ਗਏ ਤੇ ਇੱਕ ਖਾਲੀ ਮੈਦਾਨ, ਰੇਤਲਾ ਮੈਦਾਨ ਹੀ ਉੱਥੇ ਰਹਿ ਗਿਆ। ਪਿਆਰੇ ਵਿਦਿਆਰਥੀਓ, ਰੁੱਖ ਦਾ ਮਹੱਤਵ ਅਸੀਂ ਆਪਣੀ ਜ਼ਿੰਦਗੀ ਵਿੱਚ ਸਮਝਦੇ ਹੀ ਨਹੀਂ ਕਿ ਰੁੱਖ ਸਾਡੇ ਜੀਵਨ ਵਿੱਚ ਇੱਕ ਉਸਾਰੂ ਰੋਲ ਅਦਾ ਕਰਦੇ ਹਨ, ਕਿਉਂਕਿ ਜੇਕਰ ਰੁੱਖ ਹੀ ਨਾ ਹੋਣਗੇ ਤਾਂ ਹੜ੍ਹਾਂ ਦਾ ਪਾਣੀ ਕਿਵੇਂ ਸੋਖਿਆ ਜਾਵੇਗਾ। ਰੁੱਖ ਧਰਤੀ ਦੀ ਉਪਜਾਊ ਮਿੱਟੀ ਨੂੰ ਮੀਂਹਾਂ ਦੇ ਪਾਣੀ ਦੁਆਰਾ ਰੁੜਨ ਤੋਂ ਰੋਕਦੇ ਹਨ। ਜੇਕਰ ਰੁੱਖ ਹੀ ਨਾ ਹੋਣਗੇ ਤਾਂ ਖਾਲੀ ਧਰਤੀ ਤੇ ਜੀਵਨ ਕਿਵੇਂ ਸੰਭਵ ਹੋਵੇਗਾ। ਆਓ ਕਹਾਣੀ ਨੂੰ ਅੱਗੇ ਸ਼ੁਰੂ ਕਰਦੇ ਹਾਂ। ਇੱਕ ਵਾਰ ਹਵਾ ਨੇ ਝੱਖੜ ਦਾ ਰੂਪ ਲੈ ਲਿਆ। ਬੇਰੰਗ ਜਿਹੇ ਢਾਰੇ ਜੜ੍ਹਾਂ ਤੋਂ ਉਖੜ ਗਏ। ਰੇਤ ਥਲ ਦਾ ਤੂਫਾਨ ਬਹੁਤ ਮਾਰੂ ਸੀ। ਝੱਖੜ ਦਾ ਵੇਗ ਲੋਕਾਂ ਨੂੰ ਅਣਕਿਆਸੇ ਥਾਵਾਂ ਵੱਲ ਉਡਾ ਕੇ ਲੈ ਗਿਆ। ਵਸਦੇ ਲੋਕ ਉੱਜੜ ਪੁੱਜੜ ਗਏ। ਭੀਖੂ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਕੁੱਟ ਕੇ ਫੜਿਆ ਹੋਇਆ ਸੀ ਕਿ ਕਿਵੇਂ ਇਸ ਤੂਫਾਨ ਵਿੱਚ ਇੱਕ ਪਰਿਵਾਰ ਭੀਖੂ ਦਾ ਪਰਿਵਾਰ ਵੀ ਸੀ। ਪਰ ਝੱਖੜ ਸਾਵੇਂ ਉਹਨਾਂ ਦੇ ਪੈਰ ਨਹੀਂ ਸਨ ਟਿਕੇ। ਉਹ ਉਖੜੀਆਂ ਹੋਈਆਂ ਝਾੜੀਆਂ ਵਾਂਗੂ ਅੱਗੇ ਹੀ ਅੱਗੇ ਲੁੜਕਦੇ ਰਿੜਦੇ ਗਏ ਸਨ। ਅਚਾਨਕ ਉਹਨਾਂ ਨੂੰ ਜਾਪਿਆ ਕਿਸੇ ਨੇ ਬਾਹਾਂ ਫੈਲਾ ਦਿੱਤੀਆਂ ਸਨ। ਉਹ ਉਹਨਾਂ ਬਾਹਾਂ ਦੇ ਘੇਰੇ ਵਿੱਚ ਅਟਕ ਗਏ ਸਨ। ਉਸ ਵੇਲੇ ਉਹ ਪੂਰੀ ਹੋਸ਼ ਵਿੱਚ ਨਹੀਂ ਸਨ। ਜਦੋਂ ਉਹਨਾਂ ਦੀ ਹੋਸ਼ ਪਰਤੀ, ਝੱਖੜ ਥੰਮ ਚੁੱਕਿਆ ਸੀ। ਜਿਸ ਨੇ ਝੱਖੜ ਦੀ ਤੀਬਰ ਗਤੀ ਕੋਲੋਂ ਉਹਨਾਂ ਦੀ ਜਾਨ ਬਚਾਈ ਸੀ, ਉਹ ਇੱਕ ਰੁੱਖ ਸੀ। ਪਿਆਰੇ ਵਿਦਿਆਰਥੀਓ, ਇਹ ਬਿਲਕੁਲ ਸੱਚ ਹੈ ਕਿ ਅਗਰ ਤੁਸੀਂ ਕੁਦਰਤ ਨਾਲ ਖਿਲਵਾੜ ਕਰੋਗੇ ਤਾਂ ਤੁਹਾਨੂੰ ਇਸ ਦੇ ਸਿੱਟੇ
ਬੁਰੇ ਹੀ ਭੁਗਤਣੇ ਪੈਣਗੇ। ਤੇ ਕੁਝ ਇਸ ਤਰ੍ਹਾਂ ਦਾ ਹੀ ਉੱਥੇ ਵਸਦੇ ਲੋਕਾਂ ਨਾਲ ਹੋਇਆ। ਭਿਆਨਕ ਤੂਫਾਨ ਕਾਰਨ ਉੱਥੇ ਸਭ ਕੁਝ ਉੱਜੜ ਪੁੱਜੜ ਗਿਆ ਤੇ ਕੁਝ ਅਜਿਹਾ ਭੀਖੂ ਦੇ ਪਰਿਵਾਰ ਨਾਲ ਵੀ ਵਾਪਰਿਆ। ਪਰ ਕਿਸਮਤ ਚੰਗੀ ਨਾਲ ਉਹ ਉੱਥੇ ਇੱਕ ਪੁਰਾਣੇ ਦਰਖਤ ਦੇ ਹੋਣ ਕਾਰਨ ਬਚ ਗਏ। ਆਓ ਪਾਠ ਅੱਗੇ ਸ਼ੁਰੂ ਕਰਦੇ ਹਾਂ। ਉਸ ਰੁੱਖ ਦੀਆਂ ਟਹਿਣੀਆਂ ਹੇਠਾਂ ਤੱਕ ਲਮਕ ਰਹੀਆਂ ਸਨ। ਉਹ ਤਿੰਨੇ ਜਣੇ ਉਹਨਾਂ ਟਾਹਣੀਆਂ ਵਿੱਚ ਅਟਕੇ ਹੋਏ ਸਨ। ਉਹ ਟਾਹਣੀਆਂ ਵਿੱਚੋਂ ਬਾਹਰ ਨਿਕਲੇ। ਰੁੱਖ ਦੇ ਪੱਤਿਆਂ ਦੀ ਹਰਿਆਵਲ ਵਿੱਚ ਤਾਜ਼ਗੀ ਸੀ। ਭੀਖੂ ਬੋਲਿਆ, ਇਸ ਰੁੱਖ ਦੇ ਪੀਣ ਲਈ ਨੇੜੇ ਹੀ ਕਿਧਰੇ ਪਾਣੀ ਏ, ਤਾਂ ਹੀ ਇਹ ਰੁੱਖ ਇੰਨਾ ਹਰਾ ਏ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਰੁੱਖ ਦੀਆਂ ਟਹਿਣੀਆਂ ਨੇ ਉਸਦੇ ਪਰਿਵਾਰ ਨੂੰ ਬਚਾ ਲਿਆ। ਤੇ ਜਦ ਤੂਫਾਨ ਘਟਣ ਤੇ ਭੀਖੂ ਨੂੰ ਦੇਖਿਆ ਤਾਂ ਬੋਲਿਆ, ਇਸ ਦੀ ਤਾਜ਼ਗੀ ਇਹ ਦੱਸਦੀ ਹੈ ਕਿ ਇੱਥੇ ਨੇੜੇ ਹੀ ਕਿਧਰੇ ਪਾਣੀ ਹੈ। ਆਓ ਅਗਲਾ ਪੈਰਾ ਸ਼ੁਰੂ ਕਰਦੇ ਹਾਂ। ਪਾਣੀ ਲੱਭਣ ਲਈ ਭੀਖੂ ਨੇ ਡੰਗੋਰੀ ਨਾਲ ਥਾਂ ਥਾਂ ਤੋਂ ਜ਼ਮੀਨ ਨੂੰ ਠਕੋਰਿਆ। ਸੂਰਜ ਦੀ ਦਿਸ਼ਾ ਵੇਖੀ, ਜ਼ਮੀਨ ਉੱਤੇ ਕੁਝ ਲੀਕਾਂ ਵਾਹੀਆਂ ਤੇ ਫਿਰ ਇੱਕ ਥਾਂ ਉੱਤੇ ਡੰਗੋਰੀ ਗੱਡ ਦਿੱਤੀ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਤੂਫਾਨ ਆਉਣ ਕਾਰਨ ਉੱਥੇ ਵਿਛੀ ਰੇਤ ਨੇ ਜ਼ਮੀਨ ਦੇ ਪਾਣੀ ਨੂੰ ਬਿਲਕੁਲ ਹੀ ਢੱਕ ਦਿੱਤਾ। ਪਰ ਫਿਰ ਵੀ ਉਸਦਾ ਪਰਿਵਾਰ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜੇਕਰ ਦਰਖਤ ਹਰਾ ਹੈ ਤਾਂ ਨੇੜੇ ਕਿਧਰੇ ਪਾਣੀ ਹੋਵੇਗਾ। ਇਸ ਲਈ ਉਹਨਾਂ ਨੇ ਜ਼ਮੀਨ ਨੂੰ ਹਰ ਥਾਂ ਤੋਂ ਠਕੋਰਿਆ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਸ ਦਾ ਪੰਨਾ ਨੰਬਰ 39 ਹੀ ਪੜ੍ਹਿਆ ਹੈ। ਅਗਲੇ ਭਾਗ ਵਿੱਚ ਅਸੀਂ ਪੜ੍ਹਾਂਗੇ ਕਿ ਕਿਸ ਤਰ੍ਹਾਂ ਭੀਖੂ ਦੇ ਪਰਿਵਾਰ ਨੇ ਉਹਨਾਂ ਦੀ ਜਾਨ ਬਚਾਉਣ ਵਾਲੇ ਰੁੱਖ ਨਾਲ ਕੀ ਕੀਤਾ। ਆਓ ਹੁਣ ਇਸ ਨਾਲ ਸੰਬੰਧਿਤ ਤੁਹਾਨੂੰ ਪ੍ਰਸ਼ਨ ਦੱਸ ਦਈਏ, ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਮਾਰੂਥਲ ਕਿਸ ਨੂੰ ਆਖਦੇ ਹਨ? ਪ੍ਰਸ਼ਨ ਨੰਬਰ 2, ਫਕੀਰ ਨੇ ਲੋਕਾਂ ਨੂੰ ਕੀ ਆਖਿਆ? ਪ੍ਰਸ਼ਨ ਨੰਬਰ 3, ਭੀਖੂ ਅਤੇ ਉਸਦਾ ਪਰਿਵਾਰ ਕਿਸ ਵਿੱਚ ਅਟਕ ਗਏ? ਪ੍ਰਸ਼ਨ ਨੰਬਰ 4, ਲੋਕਾਂ ਨੂੰ ਫਕੀਰ ਦੀ ਗੱਲ ਕਿਸ ਤਰ੍ਹਾਂ ਦੀ ਲੱਗੀ? ਪ੍ਰਸ਼ਨ ਨੰਬਰ 5, ਇਹ ਪਾਠ ਕਿਸ ਬਾਰੇ ਹੈ? ਉਸ ਤੋਂ ਬਾਅਦ ਤੁਸੀਂ ਵਾਕ ਬਣਾਓ ਕਰਨੇ ਹਨ। ਰੁੱਖ, ਪਾਣੀ, ਹਵਾ, ਵਾਤਾਵਰਨ, ਧਰਤੀ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।